मिसेस गांधी ने जब ब्लू स्टार किया, उसके बाद उन्होंने अपने फार्म हाउस पे 1 महीना महामृत्युंजय का यज्ञ कराया। अरुण नेहरू ने मुझे बताया कि मैंने कहा कि क्योंकि आपको एक आखिरी मांगती थी, आप ये क्यों करा रही हैं? तो उन्होंने कहा कि तुम्हें पता नहीं है, मैंने इनका अकाल तक छोड़ा है, ये मुझे छोड़ेंगे नहीं। 300 ਸਾਲ ਤੱਕ ਨਹੀਂ ਭੁੱਲਦੇ ਸਰਦਾਰ, ਕਿਸਾਨਾਂ ਨੂੰ ਖਾਲੀ ਹੱਥ ਨਾ ਭੇਜੇ ਸਰਕਾਰ। ਮੈਂ ਸਿੱਖਾਂ ਨੂੰ ਜਾਣਦਾ ਹਾਂ। ਇੰਦਰਾ ਗਾਂਧੀ ਨੇ ਜਦੋਂ ਬਲੂ ਸਟਾਰ ਆਪਰੇਸ਼ਨ ਕੀਤਾ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫਾਰਮ ਹਾਊਸ ਤੇ 1 ਮਹੀਨਾ ਮਹਾਮਰਤੰਜੇ ਦਾ ਜਪ ਕਰਵਾਇਆ ਸੀ, ਕਿਉਂਕਿ ਉਸ ਨੂੰ ਪਤਾ ਸੀ ਅਤੇ ਉਹ ਖੁਦ ਕਹਿੰਦੀ ਸੀ ਕਿ ਮੈਂ ਇਹਨਾਂ ਦਾ ਅਕਾਲ ਤਖਤ ਸਾਹਿਬ ਤੋੜਿਆ ਹੈ, ਇਹ ਮੈਨੂੰ ਛੱਡਣਗੇ ਨਹੀਂ। ਇਹ ਸ਼ਬਦ ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਕ ਦੇ ਹਨ ਅਤੇ ਇੰਦਰਾ ਗਾਂਧੀ ਦੇ ਕਤਲ ਵਾਲਾ ਇਤਿਹਾਸ ਚੇਤੇ ਕਰਵਾ ਉਹ ਮੌਜੂਦਾ ਮੋਦੀ ਸਰਕਾਰ ਨੂੰ ਖਬਰਦਾਰ ਕਰ ਰਹੇ ਹਨ ਕਿ ਕਿਸਾਨਾਂ ਦੇ ਮਸਲੇ ਛੇਤੀ ਸੁਲਝਾਓ। ਇੱਕ ਛੋਟੀ ਭੁੱਲ ਕਿੰਨੀ ਭਾਰੀ ਪੈ ਸਕਦੀ ਹੈ, इतिहास तो सीखो। अब भी कल मैं एक बहुत बड़े जर्नलिस्ट से मिलकर आया हूँ जो प्रधानमंत्री के बहुत अच्छे दोस्त हैं, और मैंने उन्हें कहा कि भाई मैं तो कोशिश कर ली, अब तुम उनको समझाओ ये गलत रास्ता है। किसानों को दबा के यहाँ से भेजना, अपमानित करके दिल्ली से भेजना, पहले तो ये जाएंगे नहीं, ये जाने को नहीं आए दिल्ली में, दूसरे चले गए तो ये 300 बरस भूलेंगे नहीं। ਸਤਿਆਪਾਲ ਮਲਕ ਦਾ ਇਹ ਬਿਆਨ ਵੱਡੇ ਮਾਇਨੇ ਰੱਖਦਾ ਹੈ। ਹੁਣ ਬੀਜੇਪੀ ਦੇ ਅੰਦਰੋਂ ਹੀ ਵਿਰੋਧ ਦੇ ਸੁਰ ਉੱਠਣ ਲੱਗੇ ਹਨ ਅਤੇ ਲੰਬੇ ਖਿੱਚਦੇ ਕਿਸਾਨ ਅੰਦੋਲਨ ਦੇ ਭਵਿੱਖ ਦੇ ਸੰਭਾਵੀ ਖਤਰਨਾਕ ਨਤੀਜਿਆਂ ਦੀ ਚਰਚਾ ਹੋਣ ਲੱਗੀ ਹੈ। ਸਤਿਆਪਾਲ ਮਲਕ ਨੇ ਇਹ ਇਸ਼ਾਰਾ ਕਿਸਾਨਾਂ ਨੂੰ ਜਬਰੀ ਦਿੱਲੀ ਦੇ ਬਾਰਡਰ ਤੋਂ ਹਟਾਉਣ ਦੇ ਕਿਆਸਿਆਂ ਮੁਤਲਕ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ਼ਾਰਿਆਂ ਵਿੱਚ ਉਹਨਾਂ ਨੇ ਕਾਫੀ ਕੁਝ ਸਮਝਾ ਦਿੱਤਾ ਹੈ। ਕਿਸਾਨ ਅੰਦੋਲਨ ਤੇ ਕਿਸਾਨਾਂ ਨੂੰ ਇਹ ਵੱਡਾ ਸਮਰਥਨ ਬੀਜੇਪੀ ਵੱਲੋਂ ਨਿਯੁਕਤ ਮੇਘਾਲਿਆ ਦੇ ਰਾਜਪਾਲ ਸਤਿਆ ਮਲਕ ਨੇ ਦਿੱਤਾ ਹੈ। ਉਹਨਾਂ ਨੇ ਕਿਸਾਨਾਂ ਦੇ ਲਈ MSP ਨੂੰ ਕਾਨੂੰਨੀ ਮਾਨਤਾ ਦੇਣ ਦੀ ਵਕਾਲਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦਾ ਅਪਮਾਨ ਨਾ ਕਰਨ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਉਹ ਕਿਸਾਨਾਂ ਨੂੰ ਖਾਲੀ ਹੱਥ ਨਾ ਜਾਣ ਦੇਣ ਅਤੇ ਉਹਨਾਂ ਦੇ ਬਲ ਪ੍ਰਯੋਗ ਨਾ ਕਰਨ। ਮੇਘਾਲਿਆ ਦੇ ਗਵਰਨਰ ਸਤਿਆਪਾਲ ਮਲਕ ਆਪਣੇ ਗ੍ਰਹਿ ਜ਼ਿਲ੍ਹੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਹ ਸਭ ਬੋਲ ਰਹੇ ਸਨ। लिहाजा इनको कुछ देके पेड चीज है, ज्यादा करना भी नहीं है, सिर्फ MSP पर कानूनी तौर पे उसको मान्यता दे दो, सारा मामला मेरी जिम्मेदारी है, मैं नहीं बंटवा दूंगा। अगर MSP को कानूनी मान्यता दे देंगे तो इन कानूनों में तो जो जो संशोधन चाहते हैं किसान दे देंगे, सरकार तैयार है, मामला खत्म हो जाएगा। लेकिन अगर ये ज्यादा चलता रहा तो मैं नहीं जानता आप में से कितने लोग जानते हो, लेकिन मैं सिख हूं, वो जानता हूं। ਸਤਿਆਪਾਲ ਮਲਕ ਉਹਨਾਂ 3 ਖੇਤੀ ਕਾਨੂੰਨਾਂ ਦੇ ਸੰਦਰਭ ਵਿੱਚ ਬੋਲ ਰਹੇ ਸਨ ਜਿਨ੍ਹਾਂ ਦਾ ਕਿਸਾਨ ਪਿਛਲੇ 100 ਦਿਨਾਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਵਿਰੋਧ ਕਰ ਰਹੇ ਹਨ। ਕਿਸਾਨ ਆਗੂ ਹੁਣ ਦੇਸ਼ ਭਰ ਵਿੱਚ ਘੁੰਮ ਕੇ ਕਿਸਾਨ ਮਹਾਪੰਚਾਇਤ ਕਰ ਰਹੇ ਹਨ। ਕਿਸਾਨ ਆਗੂ ਹੁਣ ਵਿਧਾਨ ਸਭਾ ਚੋਣਾਂ ਵਾਲੇ ਸੂਬਿਆਂ 'ਚ ਜਾ ਕੇ ਕਿਸਾਨ ਪੰਚਾਇਤਾਂ ਕਰਨ ਲੱਗੇ ਹਨ ਤੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਉਹ ਬੀਜੇਪੀ ਨੂੰ ਵੋਟ ਨਾ ਦੇਣ। ਕਿਸਾਨਾਂ ਦਾ ਕਹਿਣਾ ਹੈ ਕਿ ਇਹਨਾਂ 3 ਖੇਤੀ ਕਾਨੂੰਨਾਂ ਨਾਲ MSP ਯਾਨੀ ਨਿਊਨਤਮ ਸਮਰਥਨ ਮੁੱਲ ਅਤੇ ਮੰਡੀ ਵਿਵਸਥਾ ਖਤਮ ਹੋ ਜਾਵੇਗੀ ਅਤੇ ਵੱਡੇ ਉਦਯੋਗਪਤੀਆਂ ਨੂੰ ਕਿਸਾਨਾਂ ਦੀ ਲੁੱਟ ਦੀ ਖੁੱਲੀ ਛੋਟ ਮਿਲ ਜਾਵੇਗੀ। ਕਿਸਾਨਾਂ ਦੀਆਂ ਇਹਨਾਂ ਫਿਕਰਾਂ ਦੇ ਸੰਦਰਭ ਵਿੱਚ ਸਤਿਆਪਾਲ ਮਲਕ ਨੇ ਕਿਹਾ ਕਿ MSP ਦੀ ਕਾਨੂੰਨੀ ਗਰੰਟੀ ਮਿਲ ਜਾਣ ਤੇ ਕਿਸਾਨ ਸ਼ਾਂਤ ਹੋ ਜਾਣਗੇ। ਮਲਕ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਕੋਈ ਵੀ ਕਾਨੂੰਨ ਕਿਸਾਨਾਂ ਦੇ ਪੱਖ ਵਿੱਚ ਨਹੀਂ ਹੈ। ਜਿਸ ਦੇਸ਼ ਵਿੱਚ ਕਿਸਾਨ ਅਤੇ ਸੈਨਿਕ ਸੰਤੁਸ਼ਟ ਨਹੀਂ, ਉਹ ਦੇਸ਼ ਅੱਗੇ ਨਹੀਂ ਵਧ ਸਕਦਾ, ਉਸ ਦੇਸ਼ ਨੂੰ ਬਚਾਇਆ ਨਹੀਂ ਜਾ ਸਕਦਾ। ਇਸ ਲਈ ਫੌਜ ਅਤੇ ਕਿਸਾਨਾਂ ਨੂੰ ਸੰਤੁਸ਼ਟ ਰੱਖਿਆ ਜਾਣਾ ਲਾਜ਼ਮੀ ਹੈ। ਸਤਿਆਪਾਲ ਮਲਕ ਨੇ ਕਿਹਾ ਕਿ ਮੈਂ ਹੁਣੇ ਬਹੁਤ ਵੱਡੇ ਜਰਨਲਿਸਟ ਨੂੰ ਮਿਲ ਕੇ ਆਇਆ ਹਾਂ ਜੋ ਪ੍ਰਧਾਨ ਮੰਤਰੀ ਦੇ ਬਹੁਤ ਚੰਗੇ ਦੋਸਤ ਹਨ ਅਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਕੋਸ਼ਿਸ਼ ਕਰ ਲਈ, ਪਰ ਹੁਣ ਤੁਸੀਂ ਲੋਕ ਉਹਨਾਂ ਨੂੰ ਸਮਝਾਓ। ਕਿਸਾਨਾਂ ਨੂੰ ਜ਼ਬਰਦਸਤੀ ਇੱਥੋਂ ਭੇਜਣਾ, ਅਪਮਾਨਿਤ ਕਰਕੇ ਦਿੱਲੀ ਤੋਂ ਭੇਜਣਾ ਖਤਰਨਾਕ ਹੋਵੇਗਾ। ਪਹਿਲਾਂ ਤਾਂ ਇਹ ਜਾਣਗੇ ਹੀ ਨਹੀਂ, ਇਹ ਜਾਣ ਲਈ ਆਏ ਹੀ ਨਹੀਂ, ਦੂਜੇ ਚਲੇ ਗਏ ਤਾਂ 300 ਸਾਲ ਨਹੀਂ ਭੁੱਲਣਗੇ। ਲਿਹਾਜ਼ਾ ਇਹਨਾਂ ਨੂੰ ਕੁਝ ਦੇ ਕੇ ਭੇਜੋ, ਜ਼ਿਆਦਾ ਕੁਝ ਕਰਨਾ ਵੀ ਨਹੀਂ। MSP ਨੂੰ ਕਾਨੂੰਨੀ ਤੌਰ ਤੇ ਮਾਨਤਾ ਦੇ ਦੇਵੋ। ਸਤਿਆਪਾਲ ਮਲਕ ਨੇ ਅੱਗੇ ਕਿਹਾ ਕਿ ਜੇਕਰ ਜ਼ਿਆਦਾ ਚੱਲਦਾ ਰਿਹਾ ਤਾਂ ਮੈਂ ਨਹੀਂ ਜਾਣਦਾ ਕਿ ਤੁਸੀਂ ਲੋਕਾਂ ਚੋਂ ਕਿੰਨੇ ਲੋਕ ਜਾਣਦੇ ਹੋਵੋਗੇ, ਮੈਂ ਸਿੱਖਾਂ ਨੂੰ ਜਾਣਦਾ ਹਾਂ। ਉਹਨਾਂ ਨੇ ਕਿਹਾ ਕਿ ਇੰਦਰਾ ਗਾਂਧੀ ਨੇ ਜਦੋਂ ਬਲੂ ਸਟਾਰ ਕੀਤਾ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫਾਰਮ ਹਾਊਸ ਵਿੱਚ 1 ਮਹੀਨਾ ਮਹਾਮਰਤੰਜੇ ਦਾ ਜਪ ਕਰਵਾਇਆ ਸੀ।
ਅਰੁਣ ਨਹਿਰੂ ਨੇ ਮੈਨੂੰ ਦੱਸਿਆ ਸੀ ਕਿ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੇ ਧਰਮ ਕਰਮ ਨੂੰ ਨਹੀਂ ਮੰਨਦੀ ਸੀ ਤਾਂ ਉਹ ਅਜਿਹਾ ਕਿਉਂ ਕਰ ਰਹੀ ਹੈ। ਤਾਂ ਉਸਨੇ ਕਿਹਾ ਸੀ ਕਿ ਤੈਨੂੰ ਨਹੀਂ ਪਤਾ, ਮੈਂ ਇਹਨਾਂ ਦਾ ਅਕਾਲ ਤਖਤ ਸਾਹਿਬ ਤੋੜਿਆ ਹੈ, ਇਹ ਮੈਨੂੰ ਨਹੀਂ ਛੱਡਣਗੇ। मिसेस गांधी ने जब ब्लू स्टार किया उसके बाद उन्होंने अपने फार्म हाउस पे 1 महीना महामृत्युंजय का यज्ञ कराया। अरुण नेहरू ने मुझे बताया कि मैंने कहा कि क्योंकि आपको ये बात नहीं मानती थी, आप ये क्यों करा रही हैं? तो उन्होंने कहा कि तुम्हें पता नहीं है, मैंने इनका अकाल तख्त तोड़ा है, ये मुझे छोड़ेंगे नहीं, इसलिए करा रही हूं। और उनको इल्हाम था कि ये होगा। जंगल वैद्य को पूना में जाके मारा। ਉਹਨਾਂ ਨੇ ਪ੍ਰੋਗਰਾਮ ਵਿੱਚ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਜਦੋਂ ਕਾਨਾਫੂਸੀ ਸੁਣੀ ਤਾਂ ਉਹਨਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਗ੍ਰਿਫਤਾਰੀ ਰੁਕਵਾਈ ਸੀ। ਉਹਨਾਂ ਨੇ ਕਿਸਾਨਾਂ ਦੀ ਸਥਿਤੀ ਖਰਾਬ ਦੱਸੀ ਅਤੇ ਕਿਹਾ ਕਿ ਉਹ ਦਿਨ ਪ੍ਰਤੀ ਦਿਨ ਗਰੀਬ ਹੁੰਦੇ ਜਾ ਰਹੇ ਹਨ, ਜਦਕਿ ਸਰਕਾਰੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਨਖਾਹ ਹਰ ਸਾਲ ਵੱਧਦੀ ਹੀ ਜਾ ਰਹੀ ਹੈ। ਮਲਕ ਨੇ ਕਿਹਾ ਕਿ ਜੋ ਵੀ ਕਿਸਾਨਾਂ ਵੱਲੋਂ ਬੋਇਆ ਜਾਂਦਾ ਹੈ ਉਹ ਸਸਤਾ ਹੁੰਦਾ ਹੈ ਤੇ ਜੋ ਕੁਝ ਵੀ ਖਰੀਦਦਾ ਹੈ ਉਹ ਮਹਿੰਗਾ ਹੁੰਦਾ ਹੈ। ਮਲਕ ਨੇ ਕਿਹਾ ਕਿ ਉਹ ਨਹੀਂ ਜਾਣਦੇ ਕਿ ਕਿਵੇਂ ਕਿਸਾਨ ਗਰੀਬ ਹੁੰਦੇ ਜਾ ਰਹੇ ਨੇ, ਉਹ ਨਹੀਂ ਜਾਣਦੇ ਕਿ ਉਹਨਾਂ ਦਾ ਸੱਤਿਆਨਾਸ਼ ਕਿਵੇਂ ਹੋ ਰਿਹਾ ਹੈ। ਜਦੋਂ ਉਹ ਬੀਜਦੇ ਹਨ ਕੀਮਤ ਕੁਝ ਚੰਗੀ ਹੁੰਦੀ ਹੈ, ਪਰ ਜਦੋਂ ਉਹ ਕੱਟਦੇ ਹਨ ਤਾਂ ਕੀਮਤ 300 ਰੁਪਏ ਤੱਕ ਘਟ ਜਾਂਦੀ ਹੈ। ਮਲਕ ਨੇ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿੱਚ ਪੇਸ਼ ਕੀਤੇ ਗਏ ਤਰਕਾਂ ਦਾ ਵਿਰੋਧ ਕੀਤਾ। ਬਹੁਤ ਸ਼ੋਰ ਮਚਾਇਆ ਗਿਆ ਕਿ ਕਿਸਾਨ ਹੁਣ ਕਿਸੇ ਵੀ ਸਥਾਨ ਤੇ ਫਸਲ ਵੇਚ ਸਕਦੇ ਹਨ। ਇਹ 15 ਸਾਲ ਪੁਰਾਣਾ ਕਾਨੂੰਨ ਹੈ। ਇਸ ਦੇ ਬਾਵਜੂਦ ਜਦੋਂ ਮਥੁਰਾ ਦਾ ਕਿਸਾਨ ਕਣਕ ਲੈ ਕੇ ਪਲਵਲ ਜਾਂਦਾ ਹੈ ਤਾਂ ਉਸ ਤੇ ਲਾਠੀ ਚਾਰਜ ਹੁੰਦਾ ਹੈ। ਜਦੋਂ ਸੋਨੀਪਤ ਦਾ ਕਿਸਾਨ ਨਰੇਲਾ ਆਉਂਦਾ ਹੈ ਤਾਂ ਉਸ ਤੇ ਲਾਠੀ ਚਾਰਜ ਹੁੰਦਾ ਹੈ। ਇਹ तमाम ਸਵਾਲ ਸਤਿਆਪਾਲ ਮਲਕ ਨੇ ਚੁੱਕੇ ਹਨ ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਮੌਜੂਦਾ ਹਾਲਾਤਾਂ ਬਾਰੇ ਖਬਰਦਾਰ ਕੀਤਾ ਹੈ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।